ਹੈਲੋ एवरीवन। ਸੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ PSSSB ਕਲਰਕ ਰਿਕਰੂਟਮੈਂਟ 2021 ਆਊਟ ਹੋ ਚੁੱਕੀਆਂ ਹਨ। ਸੋ ਤੁਹਾਡੇ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਘੱਟ ਦਿਨ ਰਹਿ ਚੁੱਕੇ ਹਨ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੁਹਾਡਾ ਸਾਰਿਆਂ ਦਾ ਐਗਜ਼ਾਮ ਦਸੰਬਰ ਦੇ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਹੋਵੇਗਾ। ਸੋ ਉਸ ਰਿਲੇਟਡ ਤੁਹਾਨੂੰ ਇਸ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਹਨ, ਜਿਸ ਦੇ ਵਿੱਚ ਆਪਾਂ ਤੁਹਾਡੇ ਨਾਲ ਅੱਜ ਡਿਸਕਸ਼ਨ ਕਰਨ ਜਾ ਰਹੇ ਹਾਂਗੇ ਪੋਲੀਟੀਕਲ ਸਾਇੰਸ ਦੇ ਇੰਪੋਰਟੈਂਟ MCQ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਤੁਹਾਡੇ ਐਗਜ਼ਾਮ ਦੇ ਵਿੱਚ ਜੀਕੇ ਦੀ ਵੇਟੇਜ ਜ਼ਿਆਦਾ ਰਹੇਗੀ। ਇਸ ਤੋਂ ਇਲਾਵਾ ਜਿਹੜੀਆਂ ਰੀਜ਼ਨਿੰਗ ਦੀਆਂ ਕਲਾਸਿਸ ਹੈ ਉਹ ਵੀ ਤੁਹਾਨੂੰ ਕੰਟੀਨਿਊ ਮਿਲਦੀਆਂ ਰਹਿਣਗੀਆਂ। ਪਲੀਜ਼ ਜੇਕਰ ਹਲੇ ਤੱਕ ਤੁਸੀਂ ਪੰਜਾਬ ਮੈਂਟਰ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਅੱਜ ਦਾ ਪ੍ਰਸ਼ਨ ਨੰਬਰ 1 ਹੈ ਜੀ, ਰਾਜ ਕੋਈ ਅਜਿਹਾ ਕਾਨੂੰਨ ਨਹੀਂ ਬਣਾਏਗਾ ਜੋ ਮੌਲਿਕ ਅਧਿਕਾਰਾਂ ਨੂੰ ਘਟਾਉਂਦਾ ਹੈ ਅਤੇ ਸਮਾਪਤ ਕਰ ਦਿੰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਇਸ ਆਦੇਸ਼ ਦੀ ਦ੍ਰਿਸ਼ਟੀ ਨਾਲ ਕਾਨੂੰਨ ਨਹੀਂ ਮੰਨਿਆ ਜਾਏਗਾ। ਠੀਕ ਹੈ, ਤਾਂ 4 ਆਪਸ਼ਨ ਆਪਣੇ ਕੋਲ ਗਿਵਨ ਹਨ। ਜੇਕਰ ਤੁਹਾਨੂੰ ਆਨਸਰ ਪਤਾ ਹੈ ਜੀ ਕਮੈਂਟ ਸੈਕਸ਼ਨ ਵਿੱਚ ਲਿਖੋ। ਉਪਨਿਯਮ, ਸੰਵਿਧਾਨਕ ਸੋਧ, ਅਧਿਆਦੇਸ਼ ਜਾਂ ਕੋਈ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਜੀ ਸੰਵਿਧਾਨਕ ਸੋਧ। ਠੀਕ ਹੈ, ਕਿਉਂਕਿ ਜਿਹੜਾ ਆਪਣਾ ਰਾਜ ਹੈ ਅਜਿਹਾ ਕਾਨੂੰਨ ਨਹੀਂ ਬਣਾ ਸਕਦਾ, ਜਿਹੀ ਕੋਈ ਵੀ ਸੋਧ ਨਹੀਂ ਕਰ ਸਕਦਾ ਜੋ ਮੌਲਿਕ ਅਧਿਕਾਰਾਂ ਨੂੰ ਜਿਹੜੀ ਸਮਾਪਤ ਕਰਦੀ ਹੋਵੇ। ਠੀਕ ਹੈ, ਤਾਂ ਸੰਵਿਧਾਨਕ ਸੋਧ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ। ਠੀਕ ਹੈ ਜੀ। ਅੱਜ ਦਾ ਪ੍ਰਸ਼ਨ ਨੰਬਰ 2 ਹੈ ਜੀ, ਨਿਮਨਲਿਖਤ ਵਿੱਚੋਂ ਕਿਸ ਮਾਮਲੇ ਵਿੱਚ ਸਰਬ ਉੱਚ ਅਦਾਲਤ ਨੇ ਸੰਸਦ ਨੂੰ ਮੂਲ ਅਧਿਕਾਰਾਂ ਵਿੱਚ ਸੋਧ ਕਰਾਉਣ ਤੇ ਰੋਕ ਦਿੱਤਾ ਸੀ। ਠੀਕ ਹੈ, ਇੱਕ ਇਹਨਾਂ ਦੇ ਵਿੱਚੋਂ ਮਾਮਲਾ ਹੈਗਾ ਜਿਸ ਦੇ ਵਿੱਚ ਜਿਹੜੀ ਆਪਣੀ ਸੁਪਰੀਮ ਕੋਰਟ ਹੈ ਉਹਨੇ ਪਾਰਲੀਮੈਂਟ ਨੂੰ ਮੂਲ ਅਧਿਕਾਰਾਂ ਵਿੱਚ ਅਮੈਂਡਮੈਂਟ ਕਰਨ ਤੋਂ ਰੋਕ ਦਿੱਤਾ ਸੀਗਾ। 4 ਆਪਸ਼ਨ ਆਪਣੇ ਕੋਲ ਗਿਵਨ ਹਨ। ਠੀਕ ਹੈ, ਗੋਲਖਨਾਥ ਬਨਾਮ ਭਾਰਤ ਸਰਕਾਰ, ਸ਼ੰਕਰ ਪ੍ਰਸਾਦ ਬਨਾਮ ਭਾਰਤ ਸਰਕਾਰ, ਗੋਲਖਨਾਥ ਬਨਾਮ ਪੰਜਾਬ ਸਰਕਾਰ ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਜੀ ਆਪਸ਼ਨ ਨੰਬਰ ਈਡੀ। ਜਿਹੜਾ ਗੋਲਖਨਾਥ ਬਨਾਮ ਪੰਜਾਬ ਸਰਕਾਰ ਦਾ ਕਿਹੜਾ ਮੁੱਦਾ ਸੀਗਾ ਇਹਨਾਂ ਦਾ ਜਿਹੜਾ, ਉਹਦੇ ਵਿੱਚ ਇਹਨਾਂ ਨੇ ਜਿਹੜੀ ਆਪਣਾ ਫੰਡਾਮੈਂਟਲ ਰਾਈਟ ਨੇ ਉਹਨਾਂ ਤੇ ਸੋਧ ਕਰਾਉਣ ਤੇ ਜਿਹੜੀ ਰੋਕ ਲਾ ਦਿੱਤੀ ਸੀ। ਇਹ ਜਿਹੜਾ ਮਸਲਾ ਸੀਗਾ। ਠੀਕ ਹੈ, ਸੋ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਠੀਕ ਹੈ ਜੀ। ਨੈਕਸਟ ਪ੍ਰਸ਼ਨ ਹੈ ਜੀ, ਪ੍ਰਸ਼ਨ ਨੰਬਰ 3। ਠੀਕ ਹੈ, ਨੈਕਸਟ ਪ੍ਰਸ਼ਨ ਹੈ ਜੀ, ਸੰਵਿਧਾਨ ਦਾ ਕਿਹੜਾ ਅਨੁਛੇਦ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਇੰਪੋਰਟੈਂਟ ਹੈ ਜੀ, ਤੁਹਾਨੂੰ ਸਾਰੇ ਦੇ ਸਾਰੇ ਫੰਡਾਮੈਂਟਲ ਰਾਈਟ ਦੀਆਂ ਜਿੰਨੇ ਵੀ ਆਰਟੀਕਲ ਨੇ ਯਾਦ ਹੋਣੇ ਚਾਹੀਦੇ ਨੇ, ਅਨੁਛੇਦ ਯਾਦ ਹੋਣੇ ਚਾਹੀਦੇ ਨੇ। ਠੀਕ ਹੈ, ਤਾਂ ਹੁਣ ਆਪਾਂ ਨੂੰ ਪੁੱਛਿਆ ਗਿਆ ਕਿਹੜਾ ਅਨੁਛੇਦ ਹੈ ਜਿਹੜਾ ਕਾਨੂੰਨ ਦੇ ਸਾਹਮਣੇ ਸਮਾਨਤਾ ਆਪਾਂ ਨੂੰ ਪ੍ਰੋਵਾਈਡ ਕਰਦਾ ਹੈਗਾ। 4 ਆਪਸ਼ਨ ਆਪਣੇ ਕੋਲ ਗਿਵਨ ਹਨ। ਅਨੁਛੇਦ ਹੈ ਜਾਂ ਆਰਟੀਕਲ 17, 14, 15 ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਜੀ ਆਰਟੀਕਲ 14। ਠੀਕ ਹੈ, ਆਰਟੀਕਲ 14 ਇੱਕ ਅਜਿਹਾ ਆਰਟੀਕਲ ਹੈ ਜਿਹੜਾ ਆਪਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈਗਾ। ਠੀਕ ਹੈ, ਆਰਟੀਕਲ 17 ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਇਸ ਦੇ ਵਿੱਚ ਛੂਤ ਛਾਤ ਦੀ ਮਨਾਹੀ ਹੈ। ਛੂਤ ਛਾਤ ਦੀ ਮਨਾਹੀ ਕਿਹੜੇ ਆਰਟੀਕਲ 'ਚ ਹੈ? ਆਰਟੀਕਲ 17 'ਚ ਬਹੁਤ ਵਾਰੀ ਪੰਜਾਬ ਦੇ ਐਗਜ਼ਾਮ ਵਿੱਚ ਪੁੱਛਿਆ ਗਿਆ। ਆਰਟੀਕਲ 17 ਆਪਣੇ ਮਾਈਂਡ ਵਿੱਚ ਫਿੱਟ ਕਰ ਲਓ। ਠੀਕ ਹੈ ਜੀ। ਸੋ ਨੈਕਸਟ ਪ੍ਰਸ਼ਨ ਹੈ ਜੀ, ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਧਰਮ, ਜਾਤੀ, ਲਿੰਗ, ਜਨਮ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ ਹੈ? ਠੀਕ ਹੈ, ਤਾਂ ਆਪਾਂ ਨੂੰ ਪੁੱਛਿਆ ਗਿਆ ਸੰਵਿਧਾਨ ਦਾ ਉਹ ਕਿਹੜਾ ਅਨੁਛੇਦ ਹੈਗਾ ਜਿਸ ਵਿੱਚ ਧਰਮ, ਜਾਤੀ, ਲਿੰਗ, ਜਨਮ ਦੇ ਆਧਾਰ ਤੇ ਜਿਹੜੀ ਵਿਤਕਰੇ ਦੀ ਮਨਾਹੀ ਹੈ। ਠੀਕ ਹੈ, ਅਨੁਛੇਦ 16, 15, 13 ਜਾਂ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਜੀ ਅਨੁਛੇਦ 15। ਠੀਕ ਹੈ, ਆਪਸ਼ਨ ਨੰਬਰ ਆੜਾ ਬਿਲਕੁਲ ਰਾਈਟ ਆਨਸਰ ਹੈਗਾ। ਅਨੁਛੇਦ ਜਿਹੜਾ 15 ਹੈਗਾ ਇਸ ਦੇ ਵਿੱਚ ਧਰਮ, ਨਸਲ, ਜਾਤੀ, ਲਿੰਗ ਆਦਿ ਆਧਾਰ ਤੇ ਜਿਹੜੀ ਵਿਤਕਰੇ ਦੀ ਮਨਾਹੀ ਹੈਗੀ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਆਪਣਾ ਅਨੁਛੇਦ 16 ਆਰਟੀਕਲ 16 ਇਸ ਦੇ ਵਿੱਚ ਸਮਾਨ ਰੁਜ਼ਗਾਰ ਦੇ ਮੌਕਿਆਂ ਦੀ ਜਿਹੜੇ ਪ੍ਰਦਾਨ ਕਰਨੇ ਨੇ ਯੂਥ ਨੂੰ, ਉਹ ਕਿਹੜੇ ਆਰਟੀਕਲ ਵਿੱਚ ਲਿਖਿਆ ਹੋਇਆ ਹੈ? ਆਰਟੀਕਲ 16 ਦੇ ਵਿੱਚ। ਠੀਕ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਠੀਕ ਹੈ ਜੀ। ਨੈਕਸਟ ਪ੍ਰਸ਼ਨ ਹੈ ਜੀ, ਸੈਨਿਕ ਬਲਾਂ ਦੇ ਸੰਦਰਭ ਵਿੱਚ ਮੌਲਿਕ ਅਧਿਕਾਰਾਂ ਨੂੰ ਕੌਣ ਪਰਿਵਰਤਿਤ ਕਰ ਸਕਦਾ ਹੈ? ਠੀਕ ਹੈ, ਇਹਨਾਂ ਨੇ ਕਿਹਾ ਸੈਨਿਕ ਬਲਾਂ ਦੇ ਮੱਦੇਨਜ਼ਰ ਫੰਡਾਮੈਂਟਲ ਰਾਈਟ ਹੈ ਉਹਨਾਂ ਦੇ ਵਿੱਚ ਜਿਹੜਾ ਕੌਣ ਹੈ ਪਰਿਵਰਤਨ ਕਰ ਸਕਦਾ ਹੈ। ਤਾਂ 4 ਆਪਸ਼ਨ ਆਪਣੇ ਕੋਲ ਗਿਵਨ ਹਨ, ਰਾਸ਼ਟਰਪਤੀ, ਸੰਸਦ, ਰੱਖਿਆ ਮੰਤਰੀ ਜਾਂ ਫਿਰ ਕੋਈ ਨਹੀਂ।
सो इसका राइट आंसर बनता जी संसद। ऑप्शन नंबर आड़ा बिल्कुल राइट आंसर है जी। संसद जी सैनिक बलों के संदर्भ में फंडामेंटल राइट में परिवर्तन कर सकती है। नैक्सट प्रश्न है जी, इंपॉर्टेंट प्रश्न है, हेठ लिखिया विचों किहड़ा अनुच्छेद संविधानिक उपचारां दा अधिकार प्रदान करता है। ठीक है, तो संविधानिक उपचारां दा अधिकार किहड़ा अनुच्छेद प्रदान करता है? 31, 32, 33 या फिर कोई नहीं। ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਿਹੜਾ ਆਪਣਾ अनुच्छेद 32 ਹੈਗਾ। ठीक है, ਇਹ ਸੰਵਿਧਾਨਿਕ उपचारां ਦਾ ਅਧਿਕਾਰ ਪ੍ਰਦਾਨ ਕਰਦਾ ਹੈ। ठीक है, डॉक्टर बी आर अंबेडकर ने आर्टिकल 32 ਨੂੰ ਜਿਹੜੀ ਕਨਸਟੀਟਿਊਸ਼ਨ ਦੀ ਸੋਇਲ ਵੀ ਕਿਹਾ ਹੈਗਾ, ਹਾਰਟ ਐਂਡ ਸੋਇਲ ਕਿਹਾ ਹੈਗਾ ਅੰਬੇਦਕਰ ਨੇ। ਇਹ ਕਮੈਂਟ ਵੀ ਤੁਸੀਂ ਯਾਦ ਰੱਖਣਾ, ਐਗਜ਼ਾਮ ਵਿੱਚ ਆਇਆ ਹੋਏਗਾ। ਠੀਕ ਹੈ ਜੀ। ਸੋ ਨੈਕਸਟ ਪ੍ਰਸ਼ਨ ਹੈ ਜੀ, ਇਹ ਮੈਂ ਤੁਹਾਨੂੰ ਕਰਵਾ ਦਿੱਤਾ ਹੈ, ਪਹਿਲਾਂ ਦੱਸ ਦਿੱਤਾ ਹੈ। ਛੂਤ ਛਾਤ ਦੀ ਮਨਾਹੀ ਦਾ ਅਧਿਕਾਰ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਹੈ? ਛੂਤ ਛਾਤ ਦੀ ਮਨਾਹੀ ਦਾ ਅਧਿਕਾਰ ਪੁੱਛਿਆ ਗਿਆ ਆਪਾਂ ਨੂੰ। ਠੀਕ ਹੈ, अनुच्छेद 19, 16, 17 या फिर कोई नहीं। सो इसका राइट आंसर है जी 17। इंपॉर्टेंट जोड़ा ये अपना आर्टिकल है 17, पंजाब के एग्जाम का फेवरेट प्रश्न है जी। ठीक है, अनुच्छेद 17। ठीक है, याद रखना, छूत छात अनुच्छेद 17, बस इन्ना याद रखना। नैक्सट प्रश्न है जी, मौलिक अधिकारां दे कारज नाल संबंधित मुकदमे अदालत दे किस अधिकार खेत्र विच आउंदे हन? ठीक है, तो अपने को 4 ऑप्शन गिवन हैं। ਆਪਾਂ ਨੂੰ ਪੁੱਛਿਆ ਗਿਆ ਵੀ ਅਦਾਲਤ ਦੇ ਕਿਸ ਖੇਤਰ ਵਿੱਚ ਆਉਂਦੇ ਨੇ ਫੰਡਾਮੈਂਟਲ ਰਾਈਟ ਨਾਲ ਰਿਲੇਟਡ ਜਿਹੜੇ ਕਾਰਜ ਨੇ, ਮੁਕੱਦਮੇ ਨੇ। ਤਾਂ ਸਰਬ ਉੱਚ ਅਦਾਲਤ ਦਾ ਮੌਲਿਕ ਖੇਤਰ ਅਧਿਕਾਰ, ਰਾਸ਼ਟਰਪਤੀ ਦੁਆਰਾ ਵਿਸ਼ੇਸ਼ ਅਧਿਕਾਰ, ਸਰਬ ਉੱਚ ਅਦਾਲਤ ਦਾ ਵਿਸ਼ੇਸ਼ ਅਧਿਕਾਰ ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਊੜਾ, ਸਰਬ ਉੱਚ ਅਦਾਲਤ ਦਾ ਮੌਲਿਕ ਖੇਤਰ ਅਧਿਕਾਰ ਦੇ ਅੰਡਰ ਜਿਹੜੇ ਫੰਡਾਮੈਂਟਲ ਰਾਈਟ ਦੇ ਕਾਰਜ ਨਾਲ ਸੰਬੰਧਿਤ ਮੁਕੱਦਮੇ ਅਦਾਲਤ ਦੇ ਅੰਡਰ ਆਉਂਦੇ ਨੇ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਨੈਕਸਟ ਪ੍ਰਸ਼ਨ ਹੈ ਜੀ, ਇੰਪੋਰਟੈਂਟ ਪ੍ਰਸ਼ਨ ਹੈਗਾ, ਬਹੁਤ ਘੱਟ ਸਟੂਡੈਂਟ ਨੂੰ ਆਉਂਦਾ ਹੋਵੇਗਾ ਇਹ ਵਾਲਾ ਪ੍ਰਸ਼ਨ। ਠੀਕ ਹੈ, ਸੰਵਿਧਾਨ ਦੇ ਅਨੁਛੇਦ 14 ਵਿੱਚ ਦਰਜ ਕਾਨੂੰਨ ਦੇ ਸਾਹਮਣੇ ਸਮਾਨਤਾ ਸ਼ਬਦ किस देश के संविधान तो लिया गया है? इंपॉर्टेंट प्रश्न है जी। ठीक है, पहली गल अनुच्छेद 14 में की है कानून के सामने समानता। जे तुहानूं ये पता तो हुण पुछा गया शब्द किहड़े देश के संविधान तो ले गए हैं। 4 ऑप्शन अपने को गिवन हैं, ब्रिटेन, रूस, जर्मनी या फिर कोई नहीं। सो इसका राइट आंसर है ब्रिटेन। याद रखना, ऑप्शन नंबर पूरा राइट आंसर है ब्रिटेन। ਜਿਹੜੀ ਆਪਣੀ ਕੰਟਰੀ ਹੈਗੀ ਉਸ ਤੋਂ ਜਿਹੜੇ ਅਨੁਛੇਦ 14 ਦੇ ਵਿੱਚ ਦਰਜ ਕਾਨੂੰਨ ਦੇ ਸਾਹਮਣੇ ਸਮਾਨਤਾ ਸ਼ਬਦ ਜਿਹੜੇ ਲਏ ਗਏ ਹਨ। ਠੀਕ ਹੈ ਜੀ। ਸੋ ਨੈਕਸਟ ਪ੍ਰਸ਼ਨ ਵੱਲ ਮੂਵ ਕਰਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਠੀਕ ਹੈ, ਤਾਂ ਆਪਾਂ ਪਤਾ ਕਰਨਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ। ਬਾਕੀ ਹੋਣਗੇ, ਇੱਕ ਨਹੀਂ ਹੋਣਾ, ਬੋਲਣ ਦਾ ਅਧਿਕਾਰ, ਸੰਮਤੀ ਦਾ ਅਧਿਕਾਰ, संविधानिक उपचारां दा अधिकार या फिर कोई नहीं। सो तुहानूं सारिआं नूं पता है बोलण दा अधिकार फंडामेंटल राइट हैगा। ठीक है, संविधानिक उपचारां दा अधिकार मैं तुहानूं दस्सिआगा आर्टिकल 32 विच हैगा, फंडामेंटल राइट हैगा। बट संमति दा अधिकार पहलां हुंदा सीगा, हुण नहीं रहा। सो इसदा राइट आंसर है जी मौलिक अधिकार नहीं हैगा, संमति दा अधिकार। ये किहड़े आर्टिकल च चलिया गया है? ये बन चुके जी लीगल अधिकार, कानूनी अधिकार। ठीक है, ये किहड़ा अधिकार बन चुके? लीगल राइट। ठीक है, सो ये आर्टिकल 300 ए दे विच चलिया गया, ये भी तुहानूं पता होना चाहिए। ठीक है जी। सो नैक्सट प्रश्न वाल मूव करते हैं। हेठ लिखियां विचों किस सोध ने मौलिक अधिकारां की तुलना विच नीति के निर्देशक सिद्धांतां नूं पहल दी है? ठीक है, सो इसका राइट आंसर तुसीं जे तुहानूं पता है जरूर दसो जी। 14वीं जी 44वीं जी अपनी शोध हुई सी, 42वीं, 39वीं या कोई नहीं। सो इसका राइट आंसर बनता जी अमेंडमेंट जी 42वीं हुई सी, उसके अकॉर्डिंग मौलिक अधिकारां की तुलना में नीति के निर्देशक सिद्धांतां नूं पहल दी गई है। ठीक है, सो जिहड़े अपने DPSP हैं, राजनीति निर्देशक सिद्धांत हैं, ये अपने किहड़े आर्टिकल विच हैं? आर्टिकल तुहानूं पता है अपने किहड़े पार्ट विच आउंदे हैं? भाग विच आउंदे हैं। ये भाग चौथे विच आउंदे हैं 36 तो 52 तक। ठीक है, ये भी याद रखना। नेक्स्ट प्रश्न है जी,
ਭਾਰਤੀ ਸੰਵਿਧਾਨ ਵਿੱਚ ਕਿਸ ਪ੍ਰਕਾਰ ਦੇ ਮੌਲਿਕ ਅਧਿਕਾਰਾਂ ਦੇ ਜ਼ਿਆਦਾ ਬਲ ਦਿੱਤਾ ਗਿਆ ਹੈ। ਠੀਕ ਹੈ, ਤਾਂ ਮਤਲਬ ਆਪਣਾ ਕਨਸਟੀਟਿਊਸ਼ਨ ਕਿਹੜੇ ਪ੍ਰਕਾਰ ਦੇ ਫੰਡਾਮੈਂਟਲ ਰਾਈਟ ਤੇ ਜ਼ਿਆਦਾ ਫੋਕਸ ਜਿਹੜਾ ਕਰਦਾ ਹੈ। ਸੋ ਆਰਥਿਕ ਅਤੇ ਸਮਾਜਿਕ ਅਧਿਕਾਰ, ਰਾਜਨੀਤਿਕ ਅਤੇ ਸਮਾਜਿਕ ਅਧਿਕਾਰ, ਸਮਾਜਿਕ ਅਤੇ ਨੈਤਿਕ ਅਧਿਕਾਰ ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਆੜਾ ਰਾਜਨੀਤਿਕ ਅਤੇ ਸਮਾਜਿਕ ਅਧਿਕਾਰ। ਠੀਕ ਹੈ, ਨੈਕਸਟ ਪ੍ਰਸ਼ਨ ਹੈ ਜੀ, ਸੰਵਿਧਾਨ ਵਿੱਚ ਕਿੰਨੇ ਪ੍ਰਕਾਰ ਦੇ ਮੌਲਿਕ ਅਧਿਕਾਰ ਦਰਜ ਹਨ। ਇੰਪੋਰਟੈਂਟ ਪ੍ਰਸ਼ਨ ਹੈ ਜੀ, 7 5 6 ਜਾਂ ਫਿਰ ਕੋਈ ਨਹੀਂ। ਸੋ ਬਹੁਤ ਸਾਰੇ ਸਟੂਡੈਂਟ 7 ਟਿਕ ਕਰ ਦਿੰਦੇ ਹਨ ਜੋ ਕਿ ਗਲਤ ਹੈ। ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ 6। ਠੀਕ ਹੈ, ਸੰਵਿਧਾਨ ਵਿੱਚ ਕਿੰਨੇ ਪ੍ਰਕਾਰ ਦੇ ਮੌਲਿਕ ਅਧਿਕਾਰ ਦਰਜ ਹਨ 6। ਠੀਕ ਹੈ, ਕਿਹੜੇ ਕਿਹੜੇ ਹਨ, ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੰਸਕ੍ਰਿਤੀ ਅਤੇ ਸਿੱਖਿਆ ਸੰਬੰਧੀ ਅਧਿਕਾਰ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਇਹ 6 ਦੇ 6 ਤੁਹਾਨੂੰ ਯਾਦ ਵੀ ਹੋਣੇ ਚਾਹੀਦੇ ਨੇ ਕਿਉਂਕਿ ਪਹਿਲਾਂ 7 ਹੁੰਦੇ ਸੀ ਬਟ ਜਿਹੜਾ ਆਪਣਾ ਸੰਪਤੀ ਵਾਲਾ ਹੈਗਾ, ਪ੍ਰੋਪਰਟੀ ਵਾਲਾ ਹੈਗਾ, ਉਹ ਕੱਟਿਆ ਗਿਆ। ਠੀਕ ਹੈ, ਜਿਸ ਕਰਕੇ 6 ਰਹਿ ਗਈ, ਇਹ ਵੀ ਯਾਦ ਰੱਖਣਾ। ਨੈਕਸਟ ਪ੍ਰਸ਼ਨ ਹੈ ਜੀ, ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਅਲਪ ਸੰਖਿਅਕ ਵਰਗਾਂ ਦੇ ਹਿੱਤਾਂ ਦਾ ਸੰਰਖਣ ਦਾ ਉਲੇਖ ਹੈ। ਸੋ ਆਰਟੀਕਲ 29 ਵਿੱਚ, 30 ਵਿੱਚ, 40 ਵਿੱਚ ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਆਰਟੀਕਲ 29 ਵਿੱਚ। ਇਹ ਵੀ ਇੰਪੋਰਟੈਂਟ ਹੈਗਾ, ਯਾਦ ਰੱਖਣਾ। ਠੀਕ ਹੈ ਜੀ, ਨੈਕਸਟ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਵਿੱਚ ਬ੍ਰਿਟਿਸ਼ ਪੱਧਤੀ ਦਾ ਅਨੁਸਰਨ ਕਰਦੇ ਹੋਏ ਮੌਲਿਕ ਅਧਿਕਾਰਾਂ ਨੂੰ ਕਿਸ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਅਧਿਕਾਰ ਦੇ ਰੂਪ ਵਿੱਚ, ਕਾਨੂੰਨ ਦੇ ਰੂਪ ਵਿੱਚ, ਸੰਵਿਧਾਨ ਦੁਆਰਾ ਪ੍ਰਦੱਤ ਅਧਿਕਾਰ ਦੇ ਰੂਪ ਵਿੱਚ ਜਾਂ ਕੋਈ ਨਹੀਂ। ਸੋ ਜਿਹੜੇ ਮੌਲਿਕ ਅਧਿਕਾਰ ਹੈ ਇਹਨੂੰ ਸੰਵਿਧਾਨ ਦੁਆਰਾ ਪ੍ਰਦੱਤ ਅਧਿਕਾਰ ਦੇ ਰੂਪ ਵਿੱਚ ਜਿਹੜਾ ਇਨਕਲੂਡ ਕੀਤਾ ਗਿਆ, ਵਰਗੀਕ੍ਰਿਤ ਕੀਤਾ ਗਿਆ। ਠੀਕ ਹੈ, ਯਾਦ ਰੱਖਣਾ। ਨੈਕਸਟ ਪ੍ਰਸ਼ਨ ਹੈ ਜੀ, ਭਾਰਤ ਵਿੱਚ ਮੂਲ ਅਧਿਕਾਰ ਤਾਲਮੇਲ ਪੈਦਾ ਕਰਨ ਦਾ ਯਤਨ ਕਰਦੇ ਹਨ। ਮੂਲ ਅਧਿਕਾਰ ਫੰਡਾਮੈਂਟਲ ਰਾਈਟ ਕਿਹਨਾਂ ਦੇ ਵਿਚਕਾਰ ਤਾਲਮੇਲ ਪੈਦਾ ਕਰਦੇ ਹਨ। ਵਿਅਕਤੀਗਤ ਸੁਤੰਤਰਤਾ ਅਤੇ ਨਿਆਂ ਵਿੱਚ, ਵਿਅਕਤੀਗਤ ਸੁਤੰਤਰਤਾ ਅਤੇ ਸਮਾਨਤਾ ਵਿੱਚ, ਵਿਅਕਤੀਗਤ ਸੁਤੰਤਰਤਾ ਜਾਂ ਸਮਾਜ ਵਿੱਚ ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਆੜਾ ਵਿਅਕਤੀਗਤ ਸੁਤੰਤਰਤਾ ਅਤੇ ਸਮਾਨਤਾ ਵਿੱਚ ਮੂਲ ਅਧਿਕਾਰ ਤਾਲਮੇਲ ਪੈਦਾ ਕਰਨ ਦਾ ਯਤਨ ਕਰਦੇ ਹਨ। ਨੈਕਸਟ ਪ੍ਰਸ਼ਨ ਹੈ ਜੀ, ਮੂਲ ਅਧਿਕਾਰਾਂ ਦਾ ਸੰਰਖਣ ਹੈ ਕਿਸ ਕੋਲ ਹੈ। ਰਾਸ਼ਟਰਪਤੀ ਕੋਲ, ਸੰਸਦ ਕੋਲ, ਸਰਵ ਉੱਚਤਮ ਅਦਾਲਤ ਕੋਲ ਜਾਂ ਕੋਈ ਨਹੀਂ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਰਵ ਉੱਚਮ ਅਦਾਲਤ ਕੋਲ, ਸੁਪਰੀਮ ਕੋਰਟ ਕੋਲ ਮੂਲ ਅਧਿਕਾਰਾਂ ਦਾ ਸੰਰਖਣ ਹੈ। ਠੀਕ ਹੈ, ਨੈਕਸਟ ਪ੍ਰਸ਼ਨ ਹੈ ਜੀ, ਸੰਵਿਧਾਨ ਵਿੱਚ ਕਿੰਨੇ ਪ੍ਰਕਾਰ ਦੇ ਮੌਲਿਕ ਕਰਤੱਵ ਸ਼ਾਮਲ ਹਨ। 10 7 11 ਜਾਂ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ 11। ਠੀਕ ਹੈ, ਪਹਿਲਾਂ 10 ਸੀ ਬਟ ਹੁਣ 11 ਨੇ, ਤਾਂ ਯਾਦ ਰੱਖਣਾ ਫੰਡਾਮੈਂਟਲ ਡਿਊਟੀਜ਼ ਮੌਲਿਕ ਕਰਤੱਵ ਸੰਵਿਧਾਨ ਵਿੱਚ ਕਿੰਨੇ ਹਨ 11 ਹਨ। ਨੈਕਸਟ ਪ੍ਰਸ਼ਨ ਹੈ ਜੀ, ਮੌਲਿਕ ਕਰਤੱਵ ਕਿਸ ਭਾਗ ਵਿੱਚ ਅੰਕਿਤ ਹਨ। ਠੀਕ ਹੈ, ਤਾਂ ਆਪਾਂ ਨੂੰ ਪੁੱਛਿਆ ਗਿਆ ਮੌਲਿਕ ਜਿਹੜੇ ਕਰਤੱਵ ਨੇ ਉਹ ਕਿਸ ਭਾਗ ਵਿੱਚ ਆਉਂਦੇ ਨੇ। 4A 4 5 ਜਾਂ ਕੋਈ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ 4A ਦੇ ਵਿੱਚ ਆਪਣੇ ਕੀ ਹਨ, ਮੌਲਿਕ ਕਰਤੱਵ ਹਨ। ਠੀਕ ਹੈ, ਜੇਕਰ ਤੁਹਾਨੂੰ ਪੇਪਰ ਦੇ ਵਿੱਚ ਆ ਗਿਆ ਪ੍ਰਸ਼ਨ ਵੀ ਕਿਹੜੀ ਕਮੇਟੀ ਨੇ ਜਿਹੜੇ ਮੌਲਿਕ ਕਰਤੱਵਾਂ ਲਈ ਸਿਫਾਰਿਸ਼ਾਂ ਕੀਤੀਆਂ ਸੀਗੀਆਂ, ਰਿਕਮੈਂਡੇਸ਼ਨ ਕੀਤੀਆਂ ਸੀਗੀਆਂ। ਸੋ ਯਾਦ ਰੱਖਣਾ ਸਰਦਾਰ ਸਵਰਨ ਸਿੰਘ ਕਮੇਟੀ, ਸਰਦਾਰ ਸਵਰਨ ਸਿੰਘ ਕਮੇਟੀ। ਠੀਕ ਹੈ, ਇਸ ਦੇ ਦੁਆਰਾ ਜਿਹੜੀ ਆਪਣੇ ਮੌਲਿਕ ਕਰਤੱਵ ਹੈ ਉਹਨਾਂ ਨੂੰ ਜਿਹੜੀ ਸਿਫਾਰਿਸ਼ਾਂ ਕੀਤੀਆਂ ਸੀਗੀਆਂ। ਠੀਕ ਹੈ, ਜਿਸ ਕਰਕੇ ਸ਼ਾਮਲ ਕੀਤੇ ਗਏ ਸਨ ਬਟ ਸ਼ੁਰੂ ਦੇ ਵਿੱਚ ਕਿੰਨੇ ਸਨ 10 ਸਨ, ਹੁਣ ਕਿੰਨੇ ਨੇ 11 ਨੇ। ਠੀਕ ਹੈ, 11ਵਾਂ ਕਿਹੜਾ ਨਿਊ ਐਡ ਕੀਤਾ ਗਿਆ ਪੇਪਰ ਵਿੱਚ ਆ ਸਕਦਾ ਹੈ। ਸੋ ਇਹ ਵੀ ਯਾਦ ਰੱਖਣਾ ਤੁਸੀਂ 86ਵੀਂ ਅਮੈਂਡਮੈਂਟ 2002 ਦੁਆਰਾ ਆਰਟੀਕਲ 51 ਇਹ ਜਿਹੜਾ ਐਡ ਕੀਤਾ ਗਿਆ ਨਿਊ, ਇਸ ਦੇ ਵਿੱਚ ਕੀ ਐਡ ਕੀਤਾ ਗਿਆ 6 ਤੋਂ 14 ਈਅਰ ਦੇ ਲਈ ਐਜੂਕੇਸ਼ਨ ਵਾਲਾ ਜਿਹੜਾ ਐਡ ਕੀਤਾ ਗਿਆ 11ਵਾਂ ਕਰਤੱਵ। ਠੀਕ ਹੈ, ਐਜੂਕੇਸ਼ਨ ਵਾਲਾ, ਇਹ ਵੀ ਯਾਦ ਰੱਖਣਾ। ਠੀਕ ਹੈ ਜੀ, ਸੋ ਨੈਕਸਟ ਪ੍ਰਸ਼ਨ ਹੈ ਜੀ, ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਵਿੱਚ ਸ਼ਾਮਲ ਹਨ। ਠੀਕ ਹੈ, ਜਿਹੜੇ ਮੌਲਿਕ ਅਧਿਕਾਰ ਹਨ ਪੁੱਛਿਆ ਗਿਆ ਸੰਵਿਧਾਨ ਦੇ ਕਿਸ ਭਾਗ ਵਿੱਚ ਸ਼ਾਮਲ ਹਨ। 2 3 4 ਜਾਂ ਕੋਈ ਨਹੀਂ।
ਸੋ ਇਸ ਦਾ ਰਾਈਟ ਆਨਸਰ ਹੈ ਜੀ 3। ਠੀਕ ਹੈ, ਯਾਦ ਰੱਖਣਾ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਵਿੱਚ ਸ਼ਾਮਲ ਹਨ? 3। ਠੀਕ ਹੈ, ਸੋ ਇਹ ਵੀ ਯਾਦ ਰੱਖਣਾ। ਸੋ ਅੱਜ ਦੇ ਇੰਪੋਰਟੈਂਟ ਪ੍ਰਸ਼ਨ ਤੁਹਾਡੇ ਨਾਲ ਡਿਸਕਸ਼ਨ ਕਰ ਲਏ ਹਨ। ਜੇਕਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਆਪਾਂ ਨੈਕਸਟ ਵੀਡੀਓ ਤੁਹਾਡੇ ਲੈ ਕੇ ਆ ਸਕੀਏ। ਸੋ ਥੈਂਕਸ ਫॉर ਵਾਚਿੰਗ, ਟੇਕ ਕੇਅਰ।